दोस्तों पिछले 1 साल ਤੋਂ ਚੱਲ ਰਿਹਾ ਕਿਸਾਨ ਅੰਦੋਲਨ ਹਾਲ ਹੀ ਦੇ ਵਿੱਚ ਖਤਮ ਹੋ ਗਿਆ ਹੈ। ਭਾਰਤ ਸਰਕਾਰ ਦੇ ਦੁਆਰਾ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਲਿਆ ਗਿਆ ਹੈ। 1 ਸਾਲ ਤੋਂ ਵੱਧ ਸਮਾਂ ਚੱਲੇ ਇਸ ਅੰਦੋਲਨ ਵਿੱਚ ਬਹੁਤ ਸਾਰੇ ਨਾਮੀ ਚਿਹਰੇ ਉੱਭਰ ਕੇ ਸਾਹਮਣੇ ਆਏ ਹਨ। ਰਾਕੇਸ਼ ਟਕੈਤ ਇਹਨਾਂ ਨਾਮੀ ਚਿਹਰਿਆਂ ਦੇ ਵਿੱਚੋਂ ਇੱਕ ਹੈ। ਰਾਕੇਸ਼ ਟਕੈਤ ਨੇ ਇਸ ਅੰਦੋਲਨ ਦੀ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਅਗਵਾਈ ਕੀਤੀ ਹੈ। ਸਿਰਫ ਇੰਨਾ ਹੀ ਨਹੀਂ, ਟਕੈਤ ਨੇ ਵੱਖ-ਵੱਖ ਟੀਵੀ ਚੈਨਲਾਂ ਤੇ ਹੋਣ ਵਾਲੀ ਡਿਬੇਟ ਦੇ ਵਿੱਚ ਕਿਸਾਨਾਂ ਦੇ ਪੱਖ ਨੂੰ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ। 26 ਜਨਵਰੀ ਨੂੰ ਲਾਲ ਕਿਲੇ ਵਿਖੇ ਹੋਈ ਹਿੰਸਾ ਤੋਂ ਬਾਅਦ ਇੱਕ ਸਮਾਂ ਅਜਿਹਾ ਸੀ ਜਦੋਂ ਸਭ ਨੂੰ ਲੱਗ ਰਿਹਾ ਸੀ ਕਿ ਕਿਸਾਨ ਅੰਦੋਲਨ ਕੁਝ ਹੀ ਘੰਟਿਆਂ ਵਿੱਚ ਸਮਾਪਤ ਹੋ ਜਾਵੇਗਾ। ਪਰ ਰਾਕੇਸ਼ ਟਕੈਤ ਨੇ ਉਸ ਸਮੇਂ ਇੱਕ ਭਾਵੁਕ ਅਪੀਲ ਕੀਤੀ ਸੀ, ਜਿਸ ਦੇ ਦੁਆਰਾ ਲੱਖਾਂ ਦੀ ਗਿਣਤੀ ਵਿੱਚ ਲੋਕ ਦੁਬਾਰਾ ਤੋਂ ਦਿੱਲੀ ਦੇ ਬਾਰਡਰਾਂ ਤੇ ਇਕੱਠੇ ਹੋ ਗਏ। ਇਸ ਘਟਨਾ ਤੋਂ ਬਾਅਦ ਹੀ ਰਾਕੇਸ਼ ਟਕੈਤ ਨੈਸ਼ਨਲ ਅਤੇ ਇੰਟਰਨੈਸ਼ਨਲ ਮੀਡੀਆ ਦੀਆਂ ਸੁਰਖੀਆਂ ਦੇ ਵਿੱਚ ਆਇਆ ਸੀ। ਅੱਜ ਦੀ ਆਪਣੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਕਿਸਾਨ ਲੀਡਰ ਰਾਕੇਸ਼ ਟਕੈਤ ਦੀ ਪੂਰੀ ਜੀਵਨੀ ਦੇ ਬਾਰੇ ਜਾਣਕਾਰੀ ਦੇਵਾਂਗੇ। ਦੋਸਤੋ, ਰਾਕੇਸ਼ ਟਕੈਤ ਪੇਸ਼ੇ ਤੋਂ ਕਿਸਾਨ ਆਗੂ ਅਤੇ ਇੱਕ ਸਿਆਸਤਦਾਨ ਹਨ। ਰਾਕੇਸ਼ ਟਕੈਤ ਮਹਿਰੂਮ ਸ਼੍ਰੀ ਮਹਿੰਦਰ ਸਿੰਘ ਟਕੈਤ ਦੇ ਪੁੱਤਰ ਹਨ, ਜਿਹੜੇ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਮਹੱਤਵਪੂਰਨ ਕਿਸਾਨ ਨੇਤਾਵਾਂ ਦੇ ਵਿੱਚੋਂ ਇੱਕ ਸਨ। ਚੌਧਰੀ ਰਾਕੇਸ਼ ਟਕੈਤ ਦਾ ਜਨਮ 4 ਜੂਨ 1969 ਨੂੰ ਪਿੰਡ ਸਸੌਲੀ ਮੁਜ਼ੱਫਰਨਗਰ ਵਿੱਚ ਹੋਇਆ ਸੀ। ਰਾਕੇਸ਼ ਨੇ ਆਪਣੀ ਪੜ੍ਹਾਈ DAV ਇੰਟਰ ਕਾਲਜ ਪਿੰਡ ਸਸੌਲੀ ਤੋਂ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਰਾਕੇਸ਼ ਟਕੈਤ ਨੇ ਆਪਣੀ ਕਾਲਜ ਦੀ ਪੜ੍ਹਾਈ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਤੋਂ ਪ੍ਰਾਪਤ ਕੀਤੀ। ਰਾਕੇਸ਼ ਨੇ ਥੋੜੇ ਸਮੇਂ ਲਈ ਦਿੱਲੀ ਪੁਲਿਸ ਵਿੱਚ ਕਾਂਸਟੇਬਲ ਵਜੋਂ ਸੇਵਾ ਨਿਭਾਈ ਹੈ। ਹਾਲਾਂਕਿ 1993 ਦੇ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਜਦੋਂ ਭਾਰਤ ਸਰਕਾਰ ਰਾਕੇਸ਼ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਉਹ ਆਪਣੇ ਪਿਤਾ ਨੂੰ ਅੰਦੋਲਨ ਵਾਪਸ ਲੈਣ ਲਈ ਮਨਾਵੇ, ਰਾਕੇਸ਼ ਨੇ ਹਾਰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਤੋਂ ਬਾਅਦ ਉਹ ਵਿਰੋਧ ਪ੍ਰਦਰਸ਼ਨ ਵਿੱਚ ਕੁੱਦ ਗਿਆ ਅਤੇ ਇਸ ਤੋਂ ਬਾਅਦ ਹੀ ਭਾਰਤੀ ਕਿਸਾਨ ਯੂਨੀਅਨ ਨਾਲ ਪੂਰੀ ਤਰ੍ਹਾਂ ਜੁੜ ਗਿਆ। ਕਿਸਾਨਾਂ ਦੇ ਹੱਕਾਂ ਲਈ ਲੜਨਾ ਉਸਨੇ ਉਸ ਸਮੇਂ ਤੋਂ ਹੀ ਸ਼ੁਰੂ ਕਰ ਦਿੱਤਾ ਸੀ। ਸਾਲ 1997 ਵਿੱਚ ਰਾਕੇਸ਼ ਟਕੈਤ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਵਜੋਂ ਚੁਣਿਆ ਗਿਆ। ਟਕੈਤ ਪਰਿਵਾਰ ਦੇ ਮੈਂਬਰ ਬਲਿਆਨ ਖਾਪ ਨਾਲ ਜੁੜੇ ਹੋਏ ਹਨ। ਖਾਪ ਦਾ ਇੱਕ ਨਿਯਮ ਕਹਿੰਦਾ ਹੈ ਕਿ ਆਪਣੇ ਪਿਤਾ ਦੇ ਦੇਹਾਂਤ ਤੋਂ ਬਾਅਦ ਸਿਰਫ ਵੱਡਾ ਪੁੱਤਰ ਹੀ ਕਮਾਨ ਸੰਭਾਲ ਸਕਦਾ ਹੈ। ਇਸੇ ਤਹਿਤ 2011 ਵਿੱਚ ਮਹਿੰਦਰ ਸਿੰਘ ਟਕੈਤ ਦੀ ਮੌਤ ਤੋਂ ਬਾਅਦ ਉਹਨਾਂ ਦੇ ਵੱਡੇ ਪੁੱਤਰ ਨਰੇਸ਼ ਟਕੈਤ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਦਾ ਅਹੁਦਾ ਸੌਂਪਿਆ ਗਿਆ। ਭਾਵੇਂ ਨਰੇਸ਼ ਟਕੈਤ ਨੂੰ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਸੀ, ਪਰ ਭਾਰਤੀ ਕਿਸਾਨ ਯੂਨੀਅਨ ਦੇ ਸਾਰੇ ਵੱਡੇ ਫੈਸਲੇ ਰਾਕੇਸ਼ ਟਕੈਤ ਹੀ ਲੈਂਦਾ ਹੈ। ਉੱਤਰੀ ਭਾਰਤ ਦੇ ਕਿਸਾਨਾਂ ਵਿੱਚ ਇੱਕ ਪ੍ਰਭਾਵਸ਼ਾਲੀ ਨਾਮ ਰਾਕੇਸ਼ ਟਕੈਤ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਈ ਕਿਸਾਨ ਅੰਦੋਲਨਾਂ ਦੀ ਅਗਵਾਈ ਕੀਤੀ ਹੈ। ਉਸਨੇ ਇੱਕ ਵਾਰ ਰਾਜਸਥਾਨ ਸਰਕਾਰ ਦੇ ਖਿਲਾਫ ਹਜ਼ਾਰਾਂ ਕਿਸਾਨਾਂ ਦੇ ਨਾਲ ਇੱਕ ਸਫਲ ਅੰਦੋਲਨ ਦੀ ਅਗਵਾਈ ਕੀਤੀ ਸੀ। ਇਸ ਅੰਦੋਲਨ ਵਿੱਚ ਰਾਕੇਸ਼ ਟਕੈਤ ਨੇ ਸਰਕਾਰ ਤੋਂ ਬਾਜਰੇ ਦੀ ਕੀਮਤ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਸੀ। ਹਾਲਾਂਕਿ ਇਸ ਅੰਦੋਲਨ ਦੇ ਦੌਰਾਨ ਉਹਨਾਂ ਨੂੰ ਜੈਪੁਰ ਜੇਲ੍ਹ ਵੀ ਜਾਣਾ ਪਿਆ, ਪਰ ਰਾਜਸਥਾਨ ਸਰਕਾਰ ਨੇ ਉਹਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਸਨ। ਕੁਝ ਮੀਡੀਆ ਸੂਤਰਾਂ ਦੇ ਅਨੁਸਾਰ ਰਾਕੇਸ਼ ਟਕੈਤ ਕਿਸਾਨਾਂ ਦੇ ਹੱਕਾਂ ਦੀ ਲੜਾਈ ਵਿੱਚ 40 ਤੋਂ ਵੱਧ ਵਾਰ ਜੇਲ੍ਹ ਜਾ ਚੁੱਕੇ ਹਨ। ਉਸ ਖਿਲਾਫ 3 ਅਪਰਾਧਿਕ ਮਾਮਲੇ ਵੀ ਦਰਜ ਹੋਏ ਹਨ। ਰਾਕੇਸ਼ ਟਕੈਤ ਨੇ ਮੁਜ਼ੱਫਰਨਗਰ ਦੇ ਖਤੌਲੀ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ 2007 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਚੋਣ ਲੜੀ ਸੀ। 14 ਮਾਰਚ 2014 ਨੂੰ ਰਾਕੇਸ਼ ਟਕੈਤ ਨੇ ਭਾਰਤ ਦੇ 5ਵੇਂ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੇ ਪੁੱਤਰ ਅਜੀਤ ਸਿੰਘ ਦੇ ਦੁਆਰਾ ਸਥਾਪਿਤ ਕੀਤੀ ਗਈ ਇੱਕ ਸਿਆਸੀ ਪਾਰਟੀ ਰਾਸ਼ਟਰੀ ਲੋਕ ਦਲ ਵਿੱਚ ਸ਼ਾਮਲ ਹੋ ਗਏ। ਰਾਕੇਸ਼ ਟਕੈਤ ਨੇ 2014 ਦੀ ਲੋਕ ਸਭਾ ਚੋਣਾਂ ਤੋਂ ਅਮਰੋਹਾ ਹਲਕੇ ਤੋਂ ਰਾਸ਼ਟਰੀ ਲੋਕ ਦਲ ਵਜੋਂ ਟਿਕਟ ਤੇ ਚੋਣ ਲੜੀ ਸੀ। ਉਹ ਚੋਣ ਵਿੱਚ ਸਿਰਫ 9539 ਵੋਟਾਂ ਹੀ ਹਾਸਲ ਕਰ ਸਕਿਆ। ਸਾਲ 1985 ਵਿੱਚ ਰਾਕੇਸ਼ ਟਕੈਤ ਦਾ ਵਿਆਹ ਸੁਨੀਤਾ ਦੇਵੀ ਦੇ ਨਾਲ ਹੋਇਆ। ਰਾਕੇਸ਼ ਟਕੈਤ ਦੇ ਇੱਕ ਪੁੱਤਰ ਅਤੇ 2 ਪੁੱਤਰੀਆਂ ਹਨ, ਜਿਨ੍ਹਾਂ ਦੇ ਵਿੱਚ ਉਹਨਾਂ ਦੇ ਪੁੱਤਰ ਦਾ ਨਾਮ ਚੌਧਰੀ ਚਰਨ ਸਿੰਘ ਟਕੈਤ ਅਤੇ ਪੁੱਤਰੀਆਂ ਦਾ ਨਾਮ ਸੀਮਾ ਅਤੇ ਜੋਤੀ ਹੈ। ਰਾਕੇਸ਼ ਟਕੈਤ ਅਤੇ ਉਸਦੇ ਪਰਿਵਾਰ ਦੇ ਮੈਂਬਰਾਂ ਦੁਆਰਾ ਚਲਾਇਆ ਗਿਆ ਖਾਨਦਾਨੀ ਸਿਰਲੇਖ ਟਕੈਤ 7ਵੀਂ ਸਦੀ ਵਿੱਚ ਥਾਨੇਸਰ ਦੇ ਜਾਟ ਸ਼ਾਸਕ ਰਾਜਾ ਹਰਸ਼ਵਰਧਨ ਦੇ ਦੁਆਰਾ ਬਲਿਆਨ ਖਾਪ ਦੇ ਮੁਖੀ ਨੂੰ ਦਿੱਤਾ ਗਿਆ ਸਿਰਲੇਖ ਸੀ। ਉਦੋਂ ਤੋਂ ਹੀ ਇਹ ਬਲਿਆਨ ਖਾਪ ਦੇ ਹਰੇਕ ਮੁਖੀ ਅਤੇ ਉਸਦੇ ਮਰਦ ਪਰਿਵਾਰ ਦੇ ਮੈਂਬਰਾਂ ਨੂੰ ਦਿੱਤਾ ਜਾ ਰਿਹਾ ਹੈ। ਰਾਕੇਸ਼ ਟਕੈਤ ਦਾ ਭਰਾ ਨਰੇਸ਼ ਟਕੈਤ ਬਲਿਆਨ ਖਾਪ ਦਾ ਮੌਜੂਦਾ ਮੁਖੀ ਹੈ, ਜਿਸ ਨੇ 2011 ਵਿੱਚ ਆਪਣੇ ਪਿਤਾ ਸ਼੍ਰੀ ਮਹਿੰਦਰ ਸਿੰਘ ਟਕੈਤ ਦੀ ਮੌਤ ਤੋਂ ਬਾਅਦ ਕੰਬਾੜ ਸੰਭਾਲੀ ਸੀ। ਸ਼੍ਰੀ ਰਾਕੇਸ਼ ਟਕੈਤ 2020 ਅਤੇ 21 ਵਿੱਚ ਚੱਲੇ ਕਿਸਾਨ ਅੰਦੋਲਨ ਦੇ
ਸੰਯੁਕਤ ਕਿਸਾਨ ਮੋਰਚਾ ਦੀ ਕਿਸਾਨ ਕਮੇਟੀ ਦਾ ਇੱਕ ਪ੍ਰਮੁੱਖ ਮੈਂਬਰ ਵੀ ਸੀ, ਜਿਸ ਨੇ ਕੇਂਦਰ ਸਰਕਾਰ ਨਾਲ ਗੱਲਬਾਤ ਵਿੱਚ ਹਿੱਸਾ ਲਿਆ। ਜੇਕਰ ਆਪਾਂ ਸ਼੍ਰੀ ਰਾਕੇਸ਼ ਟਕੈਤ ਦੀ ਕੁੱਲ ਸੰਪत्ति ਦੀ ਗੱਲ ਕਰੀਏ ਤਾਂ ਕੁਝ ਸੂਤਰਾਂ ਦੇ ਮੁਤਾਬਕ ਸ਼੍ਰੀ ਰਾਕੇਸ਼ ਟਕੈਤ ਦੇ ਕੋਲ 4 ਕਰੋੜ ਦੇ ਕਰੀਬ ਸੰਪत्ति ਹੈ। ਤਾਂ ਦੋਸਤੋ, ਇਹ ਸੀ ਪੂਰੀ ਕਹਾਣੀ ਸ਼੍ਰੀ ਰਾਕੇਸ਼ ਟਕੈਤ ਦੀ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ, ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਆਪਣਾ ਕੀਮਤੀ ਸਮਾਂ ਦੇਣ ਦੇ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ।